ਵਾਹਿਗੁਰੂ जी का खालसा वाहिगुरू जी की फतेह। ਨਾਰਥ ਅਮਰੀਕਾ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗੁਰਿੰਦਰ ਸਿੰਘ। ਖਬਰਾਂ ਦੀ ਸ਼ੁਰੂਆਤ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਜਾਰਡਨ ਦੇ ਵਿੱਚ ਈਰਾਨ ਸਮਰਥਿਤ ਸਮੂਹ ਦੇ ਵੱਲੋਂ ਅਮਰੀਕੀ ਬੇਸ ਉੱਤੇ ਡਰੋਨ ਹਮਲੇ ਦੇ ਵਿੱਚ 3 ਫੌਜੀਆਂ ਦੀ ਮੌਤ, ਕਈ ਜ਼ਖਮੀ। ਬਾਈਡਨ ਦਾ ਬਿਆਨ, ਕਿਹਾ ਅਮਰੀਕਾ ਦੇਵੇਗਾ ਇਸ ਦਾ ਜਵਾਬ। ਮਾਣਹਾਨੀ ਦੇ ਮਾਮਲੇ ਦੇ ਵਿੱਚ ਸਾਬਕਾ ਰਾਸ਼ਟਰਪਤੀ ਟਰੰਪ ਨੂੰ ਦੇਣਾ ਪਵੇਗਾ $83.3 ਮਿਲੀਅਨ ਦਾ ਮੁਆਵਜ਼ਾ। 9 ਮੈਂਬਰ ਜਿਊਰੀ ਨੇ ਦਿੱਤਾ ਹੁਕਮ। ਅਮਰੀਕਾ ਤੋਂ ਇੱਕ ਮੰਦਭਾਗੀ ਖਬਰ ਆਈ ਸਾਹਮਣੇ। ਪੰਜਾਬੀ ਨੌਜਵਾਨ ਸਿਮਰਨਪਾਲ ਸਿੰਘ ਦੀ ਅਮਰੀਕਾ ਦੇ ਵਿੱਚ ਟਰੱਕ ਹਾਦਸੇ ਦੌਰਾਨ ਹੋਈ ਮੌਤ। ਕੰਜ਼ਰਵੇਟਿਵ ਲੀਡਰ ਪੀਅਰ ਪੋਲੀਵਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਤੇ ਸਾਧੇ ਨਿਸ਼ਾਨੇ। ਦੇਸ਼ ਦੇ ਵਿੱਚ ਵਿਗੜ ਰਹੇ ਹਾਲਾਤਾਂ ਲਈ ਟਰੂਡੋ ਨੂੰ ਠਹਿਰਾਇਆ ਜ਼ਿੰਮੇਵਾਰ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਜਾਰਡਨ ਦੇ ਵਿੱਚ ਈਰਾਨ ਸਮਰਥਿਤ ਸਮੂਹ ਦੇ ਡਰੋਨ ਹਮਲੇ ਦੇ ਵਿੱਚ 3 ਅਮਰੀਕੀ ਫੌਜੀਆਂ ਦੀ ਮੌਤ ਅਤੇ ਕਈ ਫੌਜੀਆਂ ਦੇ ਜ਼ਖਮੀ ਹੋਣ ਦੇ ਨਾਲ ਗੁੱਸੇ ਵਿੱਚ ਆਏ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਹੈ ਕਿ ਅਮਰੀਕਾ ਇਸ ਦਾ ਜਵਾਬ ਦੇਵੇਗਾ। ਇਜ਼ਰਾਈਲ ਹਮਾਸ ਜੰਗ ਦੀ ਸ਼ੁਰੂਆਤ ਤੋਂ ਬਾਅਦ ਪੱਛਮੀ ਏਸ਼ੀਆ ਦੇ ਵਿੱਚ ਅਮਰੀਕੀ ਫੌਜਾਂ ਵਿਰੁੱਧ ਅਜਿਹੇ ਸਮੂਹਾਂ ਦੇ ਵੱਲੋਂ ਮਹੀਨਿਆਂ ਤੋਂ ਜਾਰੀ ਹਮਲਿਆਂ ਦੇ ਵਿੱਚ ਪਹਿਲੀ ਵਾਰ ਹੋਈ ਅਮਰੀਕੀ ਫੌਜੀਆਂ ਦੀ ਮੌਤ ਦੇ ਲਈ ਬਾਈਡਨ ਨੇ ਈਰਾਨ ਸਮਰਥਿਤ ਮਿਲਸ਼ੀਆ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਦੱਖਣੀ ਕੈਰੋਲੀਨਾ ਦੀ ਫੇਰੀ ਦੌਰਾਨ ਬਾਈਡਨ ਨੇ ਇੱਕ ਚਰਚ ਦੇ ਬੈਂਕੁਏਟ ਹਾਲ ਦੇ ਵਿੱਚ ਇੱਕ ਸਭਾ ਦੇ ਵਿੱਚ ਇੱਕ ਪਲ ਦੇ ਲਈ ਮੌਨ ਵਰਤ ਵੀ ਰੱਖਿਆ। ਬਾਈਡਨ ਨੇ ਕਿਹਾ ਹੈ ਕਿ ਪਿਛਲੀ ਰਾਤ ਪੱਛਮੀ ਏਸ਼ੀਆ ਦੇ ਵਿੱਚ ਸਾਡੇ ਲਈ ਮੁਸ਼ਕਲ ਸੀ। ਅਸੀਂ ਆਪਣੇ ਇੱਕ ਫੌਜੀ ਠਿਕਾਣੇ ਉੱਤੇ ਹੋਏ ਹਮਲੇ ਵਿੱਚ 3 ਬਹਾਦਰ ਸਿਪਾਹੀ ਗੁਆ ਦਿੱਤੇ ਨੇ। ਅਸੀਂ ਜਵਾਬ ਦੇਵਾਂਗੇ। ਅਮਰੀਕੀ ਫੌਜੀਆਂ ਉੱਤੇ ਹਮਲੇ ਦੇ ਲਈ ਈਰਾਨ ਸਮਰਥਿਤ ਸਮੂਹਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਬਾਈਡਨ ਨੇ ਕਿਹਾ ਕਿ ਫਿਲਹਾਲ ਅਸੀਂ ਹਮਲੇ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਹਾਂ। ਸਾਡਾ ਮੰਨਣਾ ਹੈ ਕਿ ਸੀਰੀਆ ਅਤੇ ਇਰਾਕ ਦੇ ਵਿੱਚ ਸਰਗਰਮ ਈਰਾਨ ਸਮਰਥਿਤ ਅੱਤਵਾਦੀ ਸਮੂਹਾਂ ਨੇ ਇਹ ਹਮਲਾ ਕੀਤਾ ਹੈ। ਬਾਈਡਨ ਨੇ ਕਿਹਾ ਹੈ ਕਿ ਅਮਰੀਕਾ ਅੱਤਵਾਦ ਨਾਲ ਲੜਨ ਦੇ ਲਈ ਆਪਣੀ ਵਚਨਬੱਧਤਾ ਨੂੰ ਅੱਗੇ ਵਧਾਏਗਾ। ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਹਮਲੇ ਲਈ ਜ਼ਿੰਮੇਵਾਰ ਸਾਰੇ ਲੋਕਾਂ ਨੂੰ ਆਪਣੇ ਤਰੀਕੇ ਨਾਲ ਜਵਾਬਦੇਹ ਠਹਿਰਾਵਾਂਗੇ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਲੇਖਕ ਜੀਨ ਕੈਰੋਲ ਦੇ ਮਾਣਹਾਨੀ ਮਾਮਲੇ ਵਿੱਚ ਵੱਡਾ ਝਟਕਾ ਲੱਗਿਆ ਹੈ। ਜਿਊਰੀ ਨੇ ਲੇਖਕ ਕੈਰੋਲ ਨੂੰ ਮਾਣਹਾਨੀ ਦੇ ਕੇਸ ਦੇ ਵਿੱਚ $83 ਮਿਲੀਅਨ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ। ਹਾਲਾਂਕਿ ਟਰੰਪ ਨੇ ਜਿਊਰੀ ਦੇ ਫੈਸਲੇ ਦਾ ਵਿਰੋਧ ਕੀਤਾ ਅਤੇ ਕਿਹਾ ਹੈ ਕਿ ਉਹ ਇਸ ਦੀ ਅਪੀਲ ਕਰਨਗੇ। ਇਸ ਦੌਰਾਨ ਟਰੰਪ ਨੇ ਅਟਾਰਨੀ ਅਲੀਨਾ ਹੱਬਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਸਾਡੀ ਕਾਨੂੰਨੀ ਪ੍ਰਣਾਲੀ ਨਿਯੰਤਰਣ ਤੋਂ ਬਾਹਰ ਹੈ ਅਤੇ ਇਸ ਨੂੰ ਸਿਆਸੀ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ। ਦੱਸ ਦਈਏ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਮਾਣਹਾਨੀ ਦੇ ਮੁਕੱਦਮੇ ਦੀ ਅੰਤਿਮ ਬਹਿਸ ਦੌਰਾਨ ਅਦਾਲਤ ਦੇ ਕਮਰੇ ਤੋਂ ਖੜੇ ਹੋ ਗਏ ਅਤੇ ਵਾਕਆਊਟ ਕਰ ਗਏ। About representing President Trump. It is the proudest thing I could ever do. What I am having second thoughts about is the license that I stand here with that the people in there are supposed to have. I have not spoken because I respect my ethics while I'm on trial. But let me now speak about what has happened. I have sat on trial after trial for months in this state, the state of New York. Attorney General Letitia James, and now this. Weeks. Why? Because President Trump is leading in the polls, and now we see what you get in New York. So don't get it twisted, whoever asked me that question. I am so proud to stand with President Trump. But I am not proud to stand with what I saw in that courtroom. I'm not finished. Let me just finish and I'll take questions, please. Before I walked into court, that judge decided that every single defense President Trump had, we were not allowed to raise in front of the jury. It is in writing, and I encourage the journalists, the real journalists, to take the minute to look at his orders. There was no proof. And I couldn't prove that she didn't bring in the dress. There was no DNA. There was no expert. My experts were denied. Two of them were denied to come in. They didn't let me bring up that Reid Hoffman funded Miss Kaplan. And you know what we got in there? That my witness, who was her friend, who said that
She is a drug addict, and the drug addict is herself. That friend, I found out in there, was paid for by Miss Kaplan's firm, and that is disgusting. That is a violation of everything I stand for, and that is why I stand with Trump. And that is why so many Americans are so proud that he is running again and so excited to run to the ballot box. But don't get it twisted. We are seeing a violation of our justice system. Ladies and gentlemen, you are not allowed to be stripped of every defense that you have. You are not allowed to be told that you can't bring it up. And imagine a point where a judge tells the lawyer before your client, the former president of the United States, ਅਮਰੀਕਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਹੁਸ਼ਿਆਰਪੁਰ ਦੇ ਪਿੰਡ ਨਵਾਂ ਭੰਗਾਲਾ ਦੇ ਨੌਜਵਾਨ ਦੀ ਅਮਰੀਕਾ ਵਿਖੇ ਟਰੱਕ ਹਾਦਸੇ ਵਿੱਚ ਮੌਤ ਹੋ ਗਈ ਹੈ। ਇਹ ਜਾਣਕਾਰੀ ਮਿਲਣ ਤੋਂ ਬਾਅਦ ਪਰਿਵਾਰ ਉਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਦੱਸ ਦਈਏ ਕਿ ਸਿਮਰਨਪਾਲ ਸਿੰਘ ਸਾਧੂ ਪੁੱਤਰ ਅਵਤਾਰ ਸਿੰਘ ਆਪਣੇ ਰੁਜ਼ਗਾਰ ਦੇ ਲਈ 2018 ਦੇ ਵਿੱਚ ਅਮਰੀਕਾ ਗਿਆ ਸੀ। ਉਹ ਬੀਤੇ ਦਿਨ ਅਮਰੀਕਾ ਦੇ ਸ਼ਹਿਰ ਫ੍ਰੀਜ਼ਨੋ ਤੋਂ ਆਪਣਾ ਟਰੱਕ ਲੋਡ ਕਰਕੇ ਐਰੀਜ਼ੋਨਾ ਸ਼ਹਿਰ ਵੱਲ ਜਾ ਰਿਹਾ ਸੀ। ਇਸੇ ਦੌਰਾਨ ਬਰਫ਼ ਜ਼ਿਆਦਾ ਹੋਣ ਕਾਰਨ ਉਸਦਾ ਟਰੱਕ ਸਲਿੱਪ ਹੋ ਗਿਆ। ਇਸ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ। ਨੌਜਵਾਨ ਦੀ ਮੌਤ ਦੀ ਖਬਰ ਦੇ ਨਾਲ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਦੇ ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇ ਪੰਜਾਬ ਪਹੁੰਚਾਉਣ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ। ਪੱਕਾ ਹੋਇਆ ਸੀ, 1 ਮਹੀਨਾ ਹੋਇਆ ਪੱਕਾ ਹੋਏ ਨੂੰ। ਕਦੋਂ ਬੜੇ ਸਾਲਾਂ ਦਾ ਸੀ। ਸੁਭਾਅ ਦੇ ਤੌਰ ਤੇ ਕਿੱਦਾਂ ਦਾ? ਸੁਭਾਅ ਦੇ ਕੋਲ ਕਾਫੀ ਸੁਭਾਅ ਹੋਣਾ ਹੀ ਨਹੀਂ, ਇੰਨਾ ਵਧੀਆ ਸੀ ਸੁਭਾਅ ਦਾ, ਠੰਡੇ ਸੁਭਾਅ ਦਾ ਵੀ ਬੜਾ। ਸਾਨੂੰ ਤੇ ਇੰਨਾ ਪਿਆਰ ਕਰਦਾ ਸੀ ਸਭ ਨੂੰ, ਪੂਰਾ ਇੱਜ਼ਤ ਮਾਣ ਕਰਦਾ ਸੀ ਸਾਰਿਆਂ ਦਾ। ਅਸੀਂ ਉਹਦੇ ਸਿਰ ਤੇ ਰੋਟੀ ਖਾਂਦੇ ਹਾਂ। ਸਾਡੇ ਕੋਲ ਕੁਛ ਵੀ ਨਹੀਂ, ਉਹ ਕਰਜ਼ਾ ਚੁੱਕ ਕੇ ਭੇਜਿਆ ਸੀ ਉਹਨੇ। ਸਾਡੇ ਕੋਲ ਕੁਛ ਵੀ ਨਹੀਂ ਹੋਣਾ ਰਿਹਾ। ਕੀ ਕਹਿੰਦੇ ਲਾਸਟ ਵੇਲੇ ਕੀ ਕਹਿੰਦੇ? ਕਦੋਂ ਆਇਆ? ਹੁਣ 3 ਦਿਨ ਪਹਿਲਾਂ ਆਇਆ ਲਾਸਟ ਨੇ ਉਹ ਕਹਿੰਦਾ ਕਿ ਨਾ ਮੇਰਾ ਵੀਰ ਆ ਜੀ ਬਾਹਰ, ਉਹਨੂੰ ਮੈਂ ਪੱਕਾ ਹੋ ਗਿਆ, ਮੈਂ ਅਗਲੇ ਸਾਲ ਆਵਾਂਗਾ, ਫਿਰ ਮੈਂ ਵਿਆਹ ਕਰਾਵਾਂਗਾ। ਰਿਸ਼ਤੇ ਦੀ ਗੱਲ ਹੋ ਗਈ, ਸਾਰਾ ਕੁਛ ਹੋਇਆ, ਕੁੜੀ ਕਨੇਡਾ ਜਾਂਦੀ। ਇਹ ਨਾ ਕਰਦੇ ਆ, ਇਹ ਨਹੀਂ ਕਰਨੇ ਆ। ਕੀ ਚਾਹੁੰਦੇ ਕਿ ਸਰਕਾਰ ਨੂੰ ਕੀ ਮੰਗ ਕਰ? ਇਹ ਮੰਗ ਕਰਨੇ ਆ ਵੀ ਸਾਨੂੰ ਵੀਜ਼ਾ ਦੇ ਦਿਓ। ਕਾਰਨ ਕੁਛ ਵੀ ਨਹੀਂ, ਉੱਥੇ ਟਰਾਲੇ ਦਾ ਹੀ ਸੀਗਾ ਤੇ ਬਸ ਐਕਸੀਡੈਂਟ ਹੀ ਹੋਇਆ ਉਹਦਾ। ਹਾਂਜੀ। ਤੇ ਕੀ ਤੁਸੀਂ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਤੋਂ ਕੀ ਕੋਈ ਮੰਗ ਕਰਨਾ ਹਾਂਜੀ, ਚਾਹੁੰਦੇ ਹੋ? ਅਸੀਂ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਕੋਲੋਂ ਵੀ ਕਰਦੇ ਹਾਂ ਉਹਨਾਂ ਨੂੰ ਕਿ ਉਹਦੇ ਮੰਮੀ ਡੈਡੀ ਨੂੰ ਵੀਜ਼ਾ ਦਿੱਤਾ ਜਾਏ, ਵੀ ਉਹ ਆਪਣੇ ਬੱਚੇ ਦਾ ਮੂੰਹ ਵੇਖ ਸਕਣ ਅਮਰੀਕਾ 'ਚ। ਸਿਮਰਨਪਾਲ ਸਿੰਘ ਅਮਰੀਕਾ ਦੇ ਵਿੱਚ ਰੋਜੀ ਵਾਸਤੇ ਗਿਆ ਸੀ। ਉੱਥੇ ਉਹਦਾ ਹਾਦਸਾ ਹੋ ਜਾਂਦਾ। ਕੈਲੀਫੋਰਨੀਆ ਤੋਂ ਲੋਡ ਕਰਕੇ ਜਾਣ ਡਿਆ ਸੀ, ਰਸਤੇ ਦੇ ਵਿੱਚ ਉਹਦਾ ਹਾਦਸਾ ਆ ਜਾਂਦਾ। ਅਸੀਂ ਭਾਰਤ ਸਰਕਾਰ ਕੋ ਤੇ ਸਟੇਟ ਸਰਕਾਰ ਕੋਈ ਹੋਈ ਮੰਗ ਮੰਗਦੇ ਹਾਂ ਕਿ ਸਾਨੂੰ ਆਪਣੇ ਬੱਚੇ ਦੀ ਰਸਮ ਪੂਰੀ ਕਰਨ ਵਾਸਤੇ ਵੀਜ਼ਾ ਮਿਲੇ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਅਮਰੀਕਾ ਦੇ ਵਿੱਚ ਸਰਹੱਦ ਨੇੜੇ ਕੋਈ ਵੱਡਾ ਅੱਤਵਾਦੀ ਹਮਲਾ ਹੋ ਸਕਦਾ ਹੈ। ਟਰੰਪ ਨੇ ਕਿਹਾ ਹੈ ਕਿ ਅਮਰੀਕਾ ਮੈਕਸੀਕੋ ਸਰਹੱਦ ਨੂੰ ਲੈ ਕੇ ਕੀਤੀ ਜਾ ਰਹੀ ਡੀਲ ਤਬਾਹੀ ਲਿਆ ਸਕਦੀ ਹੈ। ਉਹਨਾਂ ਨੇ ਅਮਰੀਕਾ ਦੀ ਦੱਖਣੀ ਸਰਹੱਦ ਨੂੰ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਖਰਾਬ ਦੱਸਿਆ ਅਤੇ ਖਦਸ਼ਾ ਪ੍ਰਗਟਾਇਆ ਹੈ ਕਿ ਅਮਰੀਕਾ ਦੇ ਵਿੱਚ ਕੋਈ ਵੱਡਾ ਅੱਤਵਾਦੀ ਹਮਲਾ ਹੋ ਸਕਦਾ ਹੈ। ਟਰੰਪ ਨੇ ਕਿਹਾ ਕਿ 3 ਸਾਲ ਪਹਿਲਾਂ ਤੱਕ ਸਾਡੀਆਂ ਸਰਹੱਦਾਂ ਅਮਰੀਕੀ ਇਤਿਹਾਸ ਦੇ ਵਿੱਚ ਸਭ ਤੋਂ ਮਜ਼ਬੂਤ ਅਤੇ ਸੁਰੱਖਿਅਤ ਸਨ। ਅੱਜ ਤਬਾਹੀ ਉਡੀਕ ਰਹੀਆਂ ਨੇ। ਇਹ ਦੁਨੀਆ ਦੇ ਇਤਿਹਾਸ ਦੀਆਂ ਸਭ ਤੋਂ ਭੈੜੀਆਂ ਸਰਹੱਦਾਂ ਨੇ ਅਤੇ ਇਹ ਸਾਡੇ ਦੇਸ਼ ਦੇ ਲਈ ਖੁੱਲ੍ਹੇ ਜ਼ਖਮ ਵਾਂਗ ਹਨ। ਦੁਨੀਆ ਭਰ ਤੋਂ ਅੱਤਵਾਦੀ ਬਿਨਾਂ ਕਿਸੇ ਜਾਂਚ ਦੇ ਸਾਡੇ ਦੇਸ਼ ਵਿੱਚ ਦਾਖਲ ਹੋ ਰਹੇ ਨੇ। ਇਸ ਗੱਲ ਦੀ 100% ਦੀ ਸੰਭਾਵਨਾ ਹੈ ਕਿ ਅਮਰੀਕਾ ਵਿੱਚ ਸਰਹੱਦ ਨੇੜੇ ਕੋਈ ਵੱਡਾ ਅੱਤਵਾਦੀ ਹਮਲਾ ਹੋਵੇਗਾ। And victory cannot come soon enough. Under crooked Joe Biden, our country is dying. Our country is dying. Our borders open and gushing. It's a big gushing wound, letting drugs, crime, and millions upon millions of illegal aliens pour into our country like we've never seen before. Nothing like this has ever happened to our country before. It's also the #1 place on earth for a thing called human trafficking. #1 place.
Our border has become a weapon of mass destruction, our destruction. You know, it's a weapon of mass destruction. It's our destruction. We're destroying our country. And as I've been saying for so many years, this is an invasion. It's an invasion of our country. On behalf of all Americans who want a strong and secure border, I want to express our thanks to Governor Greg Abbott and Lieutenant Governor Dan Patrick. And the great state of Texas, where we right now have about a 40-point lead for rightly invoking the invasion clause of the U.S. Constitution. It is an invasion. But we didn't need to do it just 3 years ago. We didn't need anybody's help because we had the safest border in U.S. history 3 years ago. We didn't need anybody's help. Today we have a catastrophe waiting to happen. It's a terrible situation. Never had anything like it before. It's the worst border anywhere in the history of the world, and I believe that includes other countries. There's never been a country where millions and millions of people are able to flow in with no vetting, no checking, no nothing. We don't know who they are. We don't know where they come from. They're pouring into our country, and they're coming from prisons. They're coming from mental institutions and insane asylums. They're human traffickers. They're coming in. They're drug dealers. They're coming in. We have no idea, and we have no idea what we're doing with our country. Our country's going to hell because of incompetent or bad people. Terrorists are pouring in unchecked from all over the world. We have more terrorists now. In 2019, I never really believed this fully, but I know we did a good job on it. ਸ਼ਿਕਾਗੋ ਤੋਂ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਸਕੂਲ ਤੋਂ ਪਰਤ ਰਹੇ 2 ਮਾਸੂਮ ਬੱਚਿਆਂ ਦੀ ਮੌਤ ਹੋਈ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਦੁਪਹਿਰ ਸਮੇਂ ਵਾਪਰੀ। ਸਥਾਨਕ ਪੁਲਿਸ ਨੇ ਦੱਸਿਆ ਹੈ ਕਿ 2 ਗੱਡੀਆਂ ਰੁਕੀਆਂ ਅਤੇ ਕਈ ਲੋਕਾਂ ਨੇ ਬਾਹਰ ਨਿਕਲ ਕੇ ਸਕੂਲ ਤੋਂ ਵਾਪਸ ਆ ਰਹੇ 4 ਲੜਕਿਆਂ ਉੱਤੇ ਗੋਲੀਆਂ ਚਲਾ ਦਿੱਤੀਆਂ। ਉਹਨਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਤੇ ਥੋੜੀ ਦੇਰ ਬਾਅਦ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਤੇ ਪੁਲਿਸ ਘਟਨਾ ਵਾਲੀ ਥਾਂ ਦੇ ਆਲੇ ਦੁਆਲੇ ਦੇ CCTV ਫੁਟੇਜ ਨੂੰ ਸਕੈਨ ਕਰ ਰਹੀ ਹੈ ਤਾਂ ਜੋ ਦੋਸ਼ੀ ਦੀ ਪਹਿਚਾਣ ਹੋ ਸਕੇ। First of all, I'd like to start out by offering our condolences on behalf of Superintendent Snelling and the Chicago Police Department to the 2 families that were touched by this senseless act of violence today. Approximately 12:25 today, several students were exiting the Innovations High School when 2 cars pulled up and a group of individuals exited said vehicles, fired multiple times, striking 2 of the teenage students of Innovations High School. These individuals were taken to Northwestern Hospital where they succumbed to their injuries. So we'd like to actually say again, our thoughts and prayers are with the families of these 2 students. We're asking the public, it's very early in investigation, but if anybody has any information, we'd ask them to call Area 3 Detective Division at 312-744-8261. You can also be reached an email at tipcpd.com. At this time, it appears that a group of approximately 6 students were exiting, and there was no confrontation. Like I said, several individuals exited 2 vehicles, approached the group, and fired multiple times. At this time, it's still very early in the investigation. It's just several individuals exited those vehicles where the gunfire erupted. There was an individual, a woman that was walking by. Her jacket was grazed. No medical treatment was sought, and she's talking with the area detectives right now. At this time, we believe it to be an isolated incident. You know, wherever the tragedy like this strikes in the city, it's heartbreaking for the families and everybody affected by it. It's a tragedy no matter where it happens. But down here, as the students were exiting, we believe it to, like I said, an isolated incident, and that there's no danger in the area continuing. You know, as the individuals committed this horrible act, you know, they exited and they went southbound on Wabash. But that's all we have. It's very early in the investigation, and as all that information bears out, the detective division will update with that information coming. ਕੰਜ਼ਰਵੇਟਿਵ ਲੀਡਰ ਪੀਅਰ ਪੋਲੀਵਰ ਨੇ ਓਟਵਾ ਦੇ ਵਿੱਚ ਆਪਣੀ ਪਾਰਟੀ ਦੇ ਰਾਸ਼ਟਰੀ ਕੌਕਸ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਤੇ ਤਿੱਖੇ ਨਿਸ਼ਾਨੇ ਸਾਧੇ। ਪੋਲੀਵਰ ਨੇ ਕਿਹਾ ਹੈ ਕਿ ਟਰੂਡੋ ਦੇ ਅਧੀਨ ਤਨਖਾਹਾਂ ਨਾਲੋਂ ਮਕਾਨਾਂ ਦੀ ਲਾਗਤ 40% ਤੇਜ਼ੀ ਨਾਲ ਵਧੀ ਹੈ। ਇਹ ਇੱਕ ਸਮੱਸਿਆ ਹੈ ਜੋ ਉਸਨੇ ਮਹਿੰਗਾਈ ਦੇ ਰਾਹੀਂ ਪੈਦਾ ਕੀਤੀ ਹੈ। ਦਿਨੋਂ ਦਿਨ ਮਹਿੰਗਾਈ ਦੇ ਵਿੱਚ ਟਰੂਡੋ ਸਰਕਾਰ ਦੇ ਵੱਲੋਂ ਵਾਧਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਅੱਜ ਬਹੁਤ ਕੈਨੇਡੀਅਨਸ ਘਰ ਤੋਂ ਬਿਨਾਂ ਰਹੇ ਨੇ। ਉਹਨਾਂ ਕੋਲ ਰਹਿਣ ਲਈ ਛੱਤ ਨਹੀਂ ਹੈ। ਇਸ ਸਭ ਦੇ ਲਈ ਸਿਰਫ ਜਸਟਿਨ ਟਰੂਡੋ ਜ਼ਿੰਮੇਵਾਰ ਨੇ। ਪੋਲੀਵਰ ਨੇ ਕਿਹਾ ਹੈ ਕਿ ਕੰਜ਼ਰਵੇਟਿਵ ਇਸ ਸੈਸ਼ਨ ਦੌਰਾਨ ਟੈਕਸ ਨੂੰ ਖਤਮ ਕਰਨ, ਘਰ ਬਣਾਉਣ, ਬਜਟ ਨੂੰ ਠੀਕ ਕਰਨ ਅਤੇ ਅਪਰਾਧ ਨੂੰ ਰੋਕਣ ਲਈ ਲੜਨਗੇ।
That's what our Prime Minister said. Can you imagine that? He said, like most Canadians, I stayed with friends. And an $89,000 vacation for free from friends. Wow, geez, I think I have the wrong friends. Actually, I have the best friends in the world. And they'll let me sleep on the couch once in a while if necessary. But I think most Canadians would feel a long way from home if they had an $89,000 vacation, wouldn't they? But everything feels a long way from home right now, doesn't it? You know, when people stop me on the streets, they tell me they don't recognize the country. I met a lady who immigrated here from Punjab just yesterday at the airport. And she said to me, where is my Canada? What happened to this place? Used to be that she lived safe in her neighborhood. She could earn a decent living, buy a house, raise her kids with nutritious food. But now she's worried she might lose her home altogether. And she didn't say so, but I think that she's eating at a food bank. That was only minutes after I spoke to a 28-year-old. I had previously seen her as a CATSA screener a few months ago. She then told me she had done the calculation based on her monthly savings that it was going to take her well into her 40s to make her first down payment on a home. And of course, let's be honest, she said her biological clock is ticking. She wants to start a family, something that's not easy living in her parents' basement. Today, though, her problem was different and new, but related. Not only is she living in her parents' basement, but she has to help the family pay the mortgage, which has gone up by $15,000 a year. So now, not only is she worried about whether she'll ever own a home, she's worried that her parents, with whom she lives, might not be able to keep that home. That's life after 8 years of Justin Trudeau. After 8 years of Justin Trudeau, everything costs more, with the worst inflation in 40 years. After 8 years of Justin Trudeau promising debt was consequence-free because interest rates were low, they've shot up in the fastest relative terms in Canadian history, and they are a direct result of his deficit spending. After 8 years of Trudeau, work doesn't pay. You make it, he takes it. After 8 years of Trudeau, housing costs have doubled. ਕੈਨੇਡੀਅਨ ਜਸਟਿਸ ਸਿਸਟਮ ਇੱਕ ਗੁੰਝਲਦਾਰ ਅਤੇ ਮਹਿੰਗੀ ਪ੍ਰਕਿਰਿਆ ਹੈ ਜਿਸ ਬਾਰੇ ਲੋਕਾਂ ਨੂੰ ਜਾਣਕਾਰੀ ਦੀ ਘਾਟ ਕਾਰਨ ਹੋਰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਹਾਲਾਤਾਂ ਨੂੰ ਵੇਖਦਿਆਂ ਪੰਜਾਬੀ ਭਾਈਚਾਰੇ ਦੀਆਂ ਕੁਝ ਵਕੀਲ ਔਰਤਾਂ ਵੱਲੋਂ ਅਜਿਹੇ ਲੋਕਾਂ ਦੀ ਮਦਦ ਕਰਨ ਦੇ ਲਈ ਇੱਕ ਪੱਕਾ ਲੀਗਲ ਸਰਵਿਸ ਸੈਂਟਰ ਖੋਲ੍ਹਿਆ ਗਿਆ ਹੈ ਜਿੱਥੋਂ ਲੋੜਵੰਦ ਲੋਕ ਫ੍ਰੀ ਕਾਨੂੰਨੀ ਸਲਾਹ ਮਸ਼ਵਰਾ ਲੈ ਸਕਣਗੇ। 8 ਵਕੀਲ ਸੀਗੀਆਂ ਹੈ ਨਾ, ਅਸੀਂ ਸਾਰੀਆਂ ਲੇਡੀਜ਼ ਵੂਮਨ ਸੀਗੀਆਂ, ਸਾਡੇ ਕੋਲ ਸਾਰੀਆਂ ਅਸੀਂ ਪ੍ਰੈਕਟਿਸ ਕਰਦੀਆਂ ਸੀਗੀਆਂ। ਤੇ ਆਪਣੀ ਪ੍ਰੈਕਟਿਸ ਦੇ ਵਿੱਚ ਅਸੀਂ ਦੇਖਿਆ ਕਿ ਕਾਫੀ ਆਪਣੇ ਲੋਕ ਜਾਂ ਤਾਂ ਉਹਨਾਂ ਕੋਲ ਲੀਗਲ ਏਡ ਲਈ ਉਹ ਕੁਆਲੀਫਾਈ ਨਹੀਂ ਕਰਦੇ ਕਿ ਉਹ ਕੰਮ ਜ਼ਿਆਦਾ ਕਰਦੇ ਆ, ਤਾਂ ਕੰਮ ਉਹ ਜਿਹੜਾ ਜਿੱਦਾਂ ਪਾਰਟ ਟਾਈਮ ਵੀ ਕਰਨ ਫਿਰ ਉਹ ਲੀਗਲ ਏਡ ਲਈ ਕੁਆਲੀਫਾਈਡ ਨਹੀਂ ਹੁੰਦੇ ਸੀਗੇ। ਤਾਂ ਜਾਂ ਦੂਸਰੀ ਗੱਲ ਆ ਕਮਿਊਨਿਟੀ ਦੇ ਵਿੱਚ ਕਈ ਵਾਰੀ ਫਾਈਨੈਂਸ਼ੀਅਲ ਸਟਰਗਲ ਵੀ ਹੁੰਦਾ ਹੈ ਤਾਂ ਵਕੀਲ ਨਹੀਂ ਹਾਇਰ ਕਰ ਸਕਦੇ। ਤਾਂ ਫਿਰ ਉਸ ਜਦੋਂ ਉਹ ਉਹਨਾਂ ਮੋਹਰੇ ਫਿਰ ਆਪਣੇ ਜਿੱਦਾਂ ਕਮਿਊਨਿਟੀ ਦੇ ਵਿੱਚੋਂ ਪੁੱਛ ਲੈਂਦੇ ਆ ਤੇ ਕਈ ਵਾਰੀ ਰੋਂਗ ਐਡਵਾਈਸ ਮਿਲ ਜਾਂਦੀ ਆ। ਜਦੋਂ ਅਸੀਂ ਸ਼ੁਰੂ ਕੀਤਾ ਸਾਰੇ ਲਾਇਰ ਸਾਡੇ ਵਾਲੰਟੀਅਰ ਸੀਗੇ, ਸੋ ਅਸੀਂ ਲਾਇਬ੍ਰੇਰੀ 'ਚ ਜਾ ਕੇ ਲੋਕਾਂ ਨਾਲ ਮਿਲਦੇ ਸੀ, ਉਹਨਾਂ ਨੂੰ ਹੈਲਪ ਕਰਦੇ ਸੀ ਪੇ ਉਹਨਾਂ ਦੇ ਜਦੋਂ ਲੀਗਲ ਪ੍ਰੋਬਲਮਸ ਆਉਂਦੇ ਆ ਪੇ ਉਹ ਕੀ ਕਰ ਸਕਦੇ ਇਸ ਚੀਜ਼ ਦੇ ਨਾਲ। ਸੋ ਪਹਿਲਾਂ ਅਸੀਂ ਲਾਇਬ੍ਰੇਰੀ ਦੇ ਵਿੱਚ ਸੀ, ਫਿਰ ਜਦੋਂ ਕੋਵਿਡ ਸ਼ੁਰੂ ਹੋਇਆ ਅਸੀਂ ਫੋਨ ਤੇ ਹੈਲਪ ਕਰਦੇ ਸੀਗੇ ਐਂਡ ਨਾਓ ਹੁਣ ਸਾਡੇ ਕੋਲ ਇਹ ਆਫਿਸ ਖੁੱਲ੍ਹ ਗਈ, ਸੋ ਨਾਓ ਵੀ ਕੈਨ ਹੈਲਪ ਇਨ ਪਰਸਨ ਐਜ਼ ਵੈਲ। ਅਜੇ ਅਸੀਂ ਕੋਰਟ 'ਚ ਨਹੀਂ ਰਿਪਰੈਜ਼ੈਂਟ ਕਰਦੇ, ਪਰ ਜ਼ਿਆਦਾਤਰ ਜਿਹੜੇ ਸਾਡੀ ਕਮਿਊਨਿਟੀ 'ਚ ਉਹ ਚਾਹੁੰਦੇ ਆ ਕਿ ਪਹਿਲਾਂ ਜਦੋਂ ਕੁਛ ਹੋਵੇ ਕੋਈ ਮਸਲਾ ਹੋਵੇ ਕਿ ਅੱਧੇ ਘੰਟੇ ਲਈ ਜਾਂ ਥੋੜ੍ਹੇ ਦੇਰ ਲਈ ਲਾਇਰ ਨਾਲ ਗੱਲ ਕਰਕੇ ਪਤਾ ਲੱਗੇ ਕਿ ਕਿੱਦਾਂ ਮੈਂ ਕੀ ਕਰਾਂ ਇਹਦੇ ਨਾਲ। ਜ਼ਿਆਦਾਤਰ ਜਿਹੜੀਆਂ ਪ੍ਰੋਬਲਮਸ ਆ ਲੀਗਲ ਪ੍ਰੋਬਲਮਸ ਉਹ ਕੋਰਟ 'ਚ ਕਦੀ ਕਦੀ ਜ਼ਰੂਰੀ ਨਹੀਂ ਹੁੰਦਾ ਜਾਣਾ, ਪਰ ਫਿਰ ਵੀ ਲਾਇਰ ਨਾਲ ਗੱਲ ਕਰਕੇ ਉਹਨਾਂ ਨੂੰ ਪਤਾ ਲੱਗ ਸਕਦਾ ਆ ਕਿ ਸਹੀ ਰਸਤਾ ਕੀ ਆ। ਸੋ ਬਹੁਤ ਤਰ੍ਹਾਂ ਦੇ ਕੇਸ ਆ, ਜਦੋਂ ਸਾਡੇ ਵਾਲੰਟੀਅਰਸ ਹੈਲਪ ਕਰਦੇ ਸੀ ਉਦੋਂ ਇਮੀਗ੍ਰੇਸ਼ਨ, ਇੰਪਲੋਇਮੈਂਟ ਲਾਅ, ਹਿਊਮਨ ਰਾਈਟਸ, ਟੈਨੈਂਸੀ, ਬਹੁਤ ਸਾਰੀਆਂ ਚੀਜ਼ਾਂ ਸੀ, ਫੈਮਿਲੀ ਲਾਅ, ਡਿਵੋਰਸ, ਬਹੁਤ ਟੌਪਿਕਸ ਨੇ। ਰਾਈਟ ਨਾਓ ਸਾਡੇ 2 ਲਾਇਰਸ ਆ, ਮੈਂ ਜਿਹੜਾ ਕੰਮ ਕਰਦੀ ਹਾਂ ਮੋਸਟਲੀ ਇੰਪਲੋਇਮੈਂਟ ਲਾਅ ਅਤੇ ਨਾਲ ਰੈਜ਼ੀਡੈਂਸ਼ੀਅਲ ਟੈਨੈਂਸੀ। ਸੋ ਜੇ ਤੁਹਾਡਾ ਲੈਂਡਲੋਰਡ ਤੁਹਾਨੂੰ ਇਵਿਕਟ ਕਰਦਾ ਆ, ਤੁਹਾਨੂੰ ਹਰਾਸ ਕਰਦਾ, ਦੋਜ਼ ਕਾਈਂਡਸ ਆਫ ਥਿੰਗਸ ਤੁਸੀਂ ਸਾਨੂੰ ਫੋਨ ਕਰ ਸਕਦੇ ਆ। ਜੇ ਤੁਹਾਡੇ ਇੰਪਲੋਇਰ ਤੁਹਾਨੂੰ ਪੇ ਨਹੀਂ ਕਰਦੇ, ਤੁਹਾਡੇ ਵੇਜਸ ਇਨਕਰੈਕਟ ਆ ਔਰ ਤੁਹਾਨੂੰ ਛੁੱਟੀ ਨਹੀਂ ਮਿਲਦੀ ਕਦੇ, ਦੋਜ਼ ਕਾਈਂਡਸ ਆਫ ਥਿੰਗਸ ਅਸੀਂ ਹੈਲਪ ਕਰ ਸਕਦੇ ਹਾਂ। ਅਤੇ ਨਾਲ ਸਾਡੀ
managing lawyer Meena Tillo, she can help with family law. So ਜੇ ਤੁਹਾਡਾ divorce ਚੱਲ ਰਿਹਾ, ਤੁਹਾਡੇ ਕੋਲ ਕੋਈ child protection ਦੀ issue ਆ, ਜੇ ਤੁਸੀਂ ਕੋਈ will ਲਿਖਣਾ ਹੋਵੇ, those kinds of things ਉਹ ਵੀ help ਕਰ ਸਕਦੇ। ਜੇ ਅਸੀਂ ਤੁਹਾਡੇ ਨਾਲ 30 ਮਿੰਟਾਂ ਨਾਲ ਗੱਲ ਕਰਦੇ ਹਾਂ ਤੇ ਜੇ ਤੁਹਾਡੀ ਇਨਕਮ ਕੁਆਲੀਫਾਈ ਹੋਗੀ, ਜੇ ਤੁਸੀਂ ਕੋਈ ਪੇਪਰ ਭਰਵਾਉਣੇ ਆ ਜਾਂ ਕੋਈ ਤੁਸੀਂ ਕੁਝ ਲਿਖਿਆ ਹੈਗਾ ਜਿਹੜੀ ਤੁਸੀਂ ਚਾਹੁੰਦੇ ਹੋ ਕਿ ਵਕੀਲ ਤੁਹਾਡੇ ਲਈ ਪੜ੍ਹੇ, ਅਸੀਂ ਉਹ ਵੀ ਕਰਾਂਗੇ। ਬਟ ਇਨਕਮ ਤੇ ਡਿਪੈਂਡ ਕਰਨਾ, ਉਹ ਸਾਰੀ ਇਨਫੋਰਮੇਸ਼ਨ ਅਸੀਂ ਆਪਣੀ ਵੈਬਸਾਈਟ ਤੇ ਪਾ ਦੇਣੀ ਆ। So indirectly through the Law Foundation, where lawyers will contribute monies to the Law Foundation, who then makes decisions on grant applications. The Law Foundation has accepted a proposal from the South Asian Legal Clinic and is funding their programs. Yeah, we just talked about having regular meetings to make sure we're up to date with what support they might need from the province. I'm very dedicated to making sure that we can help this powerful group of people. ਸਨ 2017 ਅਤੇ 18 ਦੇ ਵਿੱਚ ਕਤਲ ਹੋਏ ਦੋ ਪੰਜਾਬੀ ਵਿਅਕਤੀਆਂ ਰਣਦੀਪ ਕੰਗ ਅਤੇ ਜਗਵੀਰ ਮੱਲੀ ਦੇ ਕਤਲ ਦੇ ਲਈ ਇੱਕ ਵਿਅਕਤੀ ਨੂੰ ਹੁਣ ਉਮਰ ਕੈਦ ਦੀ ਸਜ਼ਾ ਹੋਈ ਹੈ। ਗੈਂਗਵਾਰ ਦੇ ਨਾਲ ਸੰਬੰਧਿਤ ਇਸ ਮਾਮਲੇ ਨੂੰ ਸੁਲਝਾਉਣ ਦੇ ਲਈ ਆਈ ਹਿੱਟ ਨੂੰ ਕਈ ਸਾਲ ਲੱਗੇ ਹਨ, ਪਰ ਅਜਿਹੇ ਦਰਜਨਾਂ ਹੀ ਹੋਰ ਕੇਸ ਨੇ ਜਿਨ੍ਹਾਂ ਦੇ ਵਿੱਚ ਅਜੇ ਤੱਕ ਕਿਸੇ ਨੂੰ ਚਾਰਜ ਤੱਕ ਨਹੀਂ ਕੀਤਾ ਗਿਆ। ਗੈਂਗਾਂ ਦੇ ਨਾਲ ਸੰਬੰਧਿਤ ਕੇਸ ਸੁਲਝਾਉਣ ਨੂੰ ਇੰਨਾ ਸਮਾਂ ਕਿਉਂ ਲੱਗਦਾ ਹੈ? ਇਸ ਮਾਮਲੇ ਵਿੱਚ ਆਈ ਹਿੱਟ ਦੇ ਕਮਾਂਡਿੰਗ ਆਫਿਸਰ ਜਨਵਰ ਦੇ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ ਨੇ। ਟਾਈਮ ਲੱਗਾ ਇਸ ਕੇਸ ਨੂੰ, ਜਿਹੜਾ ਆਪਣਾ ਇਨਵੈਸਟੀਗੇਸ਼ਨ ਸੀਗੀ ਇਹ ਪ੍ਰੋਜੈਕਟ ਦੀ, ਇਹਦੇ ਵਿੱਚ 2 ਮਰਡਰ ਸੀਗੇ ਤੇ 2 ਅਟੈਂਪਟ ਮਰਡਰ ਸੀਗੇ। ਜਿਹੜਾ ਪਹਿਲਾ ਕੇਸ ਸੀਗਾ ਜਿਹਦੇ ਵਿੱਚ ਮਿਸਟਰ ਰਣਦੀਪ ਕੰਗ ਜਿਹੜੇ ਵਿਕਟਮ ਸੀਗੇ ਤੇ ਨਾਲ ਉਹਨਾਂ ਦੇ ਨਾਲ 1-2 ਹੋਰ ਸਰਵਾਈਵਰ ਸੀਗੇ, ਪਰ ਉਹ ਵੀ ਟਾਰਗੇਟਡ ਹੋਏ ਸੀ ਇਸ ਵੇਲੇ। ਉਹ ਕੇਸ ਹੋਇਆ ਸੀਗਾ ਅਕਤੂਬਰ 2017 'ਚ। ਉਹ ਤੋਂ ਬਾਅਦ 'ਚੋਂ ਜਿਹੜਾ ਮਿਸਟਰ ਜਗਵੀਰ ਮੱਲੀ ਦਾ ਸੀਗਾ, ਜਿਹੜਾ ਇੱਕ ਮਿਸਟੇਕਨ ਆਇਡੈਂਟੀਟੀ ਦਾ ਕੇਸ ਸੀਗਾ, ਉਹ ਹੋਇਆ ਨਵੰਬਰ 2018 ਦੇ ਵਿੱਚ। ਇਹ ਦੋਵੇਂ ਗੈਂਗ ਰਿਲੇਟਡ ਇਵੈਂਟ ਸੀਗੇ, ਹੋਮਿਸਾਈਡ ਸੀਗੀਆਂ ਤੇ ਅਟੈਂਪਟ ਮਰਡਰ ਸੀਗੇ। ਕੰਪਲੈਕਸਿਟੀਜ਼ ਜਦੋਂ ਵੀ ਤੁਸੀਂ ਗੈਂਗ ਰਿਲੇਟਡ ਹੋਮਿਸਾਈਡਸ ਦੇ ਨਾਲ ਆਪਾਂ ਡੀਲ ਕਰਦੇ ਹਾਂ, ਉਹਦੇ ਵਿੱਚ ਵੇਰੀਅਸ ਡਿਫਰੈਂਟ ਕੰਪਲੈਕਸਿਟੀਜ਼ ਹੁੰਦੀਆਂ ਵਾ। ਜਿਹੜੇ ਵੀ ਲੋਕ ਆਰਗੇਨਾਈਜ਼ ਕਰਦੇ ਆ ਜਾਂ ਕਰਵਾਉਂਦੇ ਆ ਜਾਂ ਹਿਟਮੈਨ ਹੁੰਦੇ ਆ, ਉਹ ਆਬਵੀਅਸਲੀ ਵਿਦ ਪਲੈਨਿੰਗ ਐਂਡ ਡਿਲੀਬਰੇਸ਼ਨ ਦੇ ਨਾਲ ਇਹ ਵਾਰਦਾਤ ਕਰਦੇ ਆ। ਸੋ ਸਾਨੂੰ ਪੁਲਿਸ ਦਾ ਜਿਹੜਾ ਕੰਮ ਹੁੰਦਾ ਆ ਇਸ ਫॉर ਅਸ ਵੀ ਸਟੇ ਫੋਕਸ, ਗੈਦਰ ਦ ਐਵੀਡੈਂਸ ਐਂਡ ਕੰਪਲੈਕਸਿਟੀਜ਼ ਜਿਹੜੀਆਂ ਵੀ ਹੁੰਦੀਆਂ ਵਾ ਸਾਨੂੰ ਉਹ ਓਵਰਕਮ ਕਰਨੀਆਂ ਪੈਂਦੀਆਂ ਵਾ ਫॉर ਬੈਸਟ ਐਵੀਡੈਂਸ ਜਿਹੜੀ ਕੋਰਟ ਦੇ ਵਿੱਚ ਪ੍ਰੋਸੈਸ ਹੋਵੇ ਤੇ ਅੱਗੇ ਲੈ ਕੇ ਜਾ ਕੇ ਸਬੂਤ ਇਕੱਠੇ ਹੋਣ। ਵੈਦਰ ਇਟਸ ਯੂਜ਼ਿੰਗ ਸਟੋਲਨ ਵਹੀਕਲਸ, ਜਿੱਦਾਂ ਆਮ ਆਰਸਨ ਤੁਸੀਂ ਦੇਖਿਆ ਹੋਏਗਾ, ਕੋਈ ਵੀ ਸ਼ੂਟਿੰਗ ਜਾਂ ਗੈਂਗ ਹਿੱਟਸ ਜਦੋਂ ਹੁੰਦੀਆਂ ਵਾ ਉਹਨਾਂ ਨੂੰ ਇਹ ਆ ਵੀ ਸਟੋਲਨ ਵਹੀਕਲ ਯੂਜ਼ ਕਰੋ, ਬਾਅਦ 'ਚੋਂ ਗੱਡੀ ਦੇ ਉੱਤੇ ਅੱਗ ਲਾ ਦਿਓ। ਦੈਟਸ ਆਲ ਦੇ ਅਟੈਂਪਟ ਵੀ ਉਹਨਾਂ ਵੱਲੋਂ ਵੀ ਐਵੀਡੈਂਸ ਡਿਸਟਰੋਏ ਕੀਤੀ ਜਾਵੇ, DNA ਨਾ ਰਵੇ, ਹੋਰ ਚੀਜ਼ਾਂ ਨਾ ਰਹਿਣ। ਪਰ at the end of the day, ਸਾਡੀ forensics team highly qualified, highly trained ਆ, and in this case too we were able to recover those items as well। ਵੀ ਇਸ ਕੇਸ ਦੇ ਵਿੱਚ ਵੀ active they remain ਵੀ ਉਹਨਾਂ ਦੇ ਅੱਗੇ progress ਕਰਨ ਦੇ ਲਈ। ਤੇ ਇਹ ਇਨਵੈਸਟੀਗੇਸ਼ਨ ਦੇ ਡਿਪੈਂਡ ਕਰਦਾ ਵੀ ਹਰ ਇੱਕ ਮਰਡਰ ਕੇਸ, ਹਰ ਇੱਕ ਕ੍ਰਿਮੀਨਲ ਕੇਸ, ਸੀਰੀਅਸ ਕ੍ਰਾਈਮ ਕੇਸ ਦਾ ਅਲੱਗ-ਅਲੱਗ ਚੈਲੰਜ ਹੁੰਦਾ ਆ ਵੀ ਉਹ ਸਬੂਤ ਇਕੱਠੇ ਕਰਨੇ, ਕਿੱਦਾਂ ਇਕੱਠੇ ਕਰਨੇ, ਕਿੱਥੋਂ ਇਕੱਠੇ ਕਰਨੇ, ਜਿਹੜੇ ਐਵੈਂਚੁਅਲੀ ਜਿਹੜੇ ਕੋਰਟ ਦੀ ਸਕਰੂਟਨੀ ਨੂੰ ਵਿਦਸਟੈਂਡ। ਤੁਸੀਂ ਦੇਖਿਆ ਹੋਏਗਾ ਆਪਣੇ ਕੇਸਿਸ ਦੇ ਵਿੱਚ ਜਿਹੜੇ ਆਪਣੇ ਗੈਂਗਸ ਇਨਵੋਲਵਡ ਆ, ਆਫਟਨ ਇਹ ਇੱਕ ਦੂਜੇ ਦੇ ਦੋਸਤ ਕੱਲ ਹੁੰਦੇ ਆ ਤੇ ਅਗਲੇ ਦਿਨ ਇੱਕ ਦੂਜੇ ਦੇ ਨਾਲ ਹੀ ਇਹ ਦੁਸ਼ਮਣੀ ਇਹਨਾਂ ਦੀ ਹੋ ਜਾਂਦੀ ਹੈ। ਸੋ ਫਰੈਂਡਸ ਐਂਡ ਐਸੋਸੀਏਟ ਜਿਹਨੂੰ ਆਪਾਂ ਅੱਜ ਕਹਿੰਦੇ ਆਪਣੇ ਸਾਡੇ ਦੋਸਤ ਮਿੱਤਰ ਆ, ਕੱਲ੍ਹ ਨੂੰ ਉਹੀ ਲੋਕ ਸਾਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ। ਸੋ ਇਹ ਉਹ ਲੋਕ ਸਮਝਦੇ ਨਹੀਂ ਗਏ, ਪਰ ਇਵੈਂਚੁਅਲਿਟੀ ਇਹਨਾਂ ਦੀ ਇਹੋ ਹੀ ਹੁੰਦੀ ਹੈ। ਜਿਹੜੇ ਤੁਸੀਂ ਕੇਸਿਸ ਵੀ ਕਹੇ ਆ, ਕਈ ਇਹਦੇ ਵਿੱਚ ਬ੍ਰਦਰਸ ਵੀ ਹੈਗੇ ਆ ਜਿਹੜੇ ਮਾਂ ਪਿਓ ਦੇ 2-2 ਭਰਾ ਵੀ, ਹੋਰ ਕਈਆਂ ਦੇ ਵਿੱਚ ਹੋਰ ਵੀ ਜਿਹੜੇ। ਸੋ ਉਹ ਜ਼ਰੂਰੀ ਆ ਵੀ ਜਿਹੜੇ ਵੀ ਵਿਟਨੈਸਿਸ ਹੁੰਦੇ ਆ, ਕੋਈ ਵੀ ਦੇਖਦੇ ਆ ਵੀ ਜਿਹੜੀ ਚੀਜ਼ ਨੋਰਮਲ ਨਹੀਂ ਗੀ, ਉਹ ਆਪਣੇ ਲੋਕਲ ਜੂਰਿਸਡਿਕਸ਼ਨਸ ਦੇ ਨਾਲ, ਪੁਲਿਸ ਜੂਰਿਸਡਿਕਸ਼ਨਸ ਦੇ ਨਾਲ ਉਹਨਾਂ ਦਾ ਕੰਮ ਉੱਥੇ ਆ, ਦੇ ਆਰ ਦੇਅਰ ਟੂ ਹੈਲਪ ਪ੍ਰੋਟੈਕਟ ਐਂਡ ਸਰਵ ਦੋਜ਼ ਸਿਟੀਜ਼ਨਸ। ਵੀ ਉਹਨਾਂ ਦੇ ਨਾਲ ਕੰਟੈਕਟ ਕਰਨ, ਸੰਪਰਕ ਕਰਨ। ਜ਼ਿਆਦਾ ਹੋ ਰਹੇ ਸੀਗੇ ਬੈਕ ਈਸਟਰਨ ontario ਦੇ ਵਿੱਚ ਵੀ ਜਿੱਥੇ ਉਹ ਰੈਪ ਦੇ ਵਿੱਚ ਗੈਂਗ ਵਾਰ ਜਿਹੜੀ ਚੱਲਦੀ ਪਈ ਸੀਗੀ ਤੇ ਰੈਪ ਦੇ ਵਿੱਚ ਇੱਕ ਦੂਜੇ ਨੂੰ ਮਤਲਬ ਇੱਕ ਦੂਜੇ ਉੱਤੇ ਚਿੱਕੜ ਸੁੱਟਦੇ ਪਏ ਸੀ ਰੈਪ ਦੇ ਵਿੱਚ ਹੀ ਵੀ ਅਸੀਂ ਆਹ ਕੀਤਾ, ਆਹ ਕਰਨਾ, ਵਿਦਆਊਟ ਗੋਇੰਗ ਇਨਟੂ ਡੀਟੇਲਸ ਵੀ ਉਹ ਬਰਵਾਡੋ ਜਿਹਾ ਇੱਕ ਦੂਜੇ ਨੂੰ ਦਿਖਾਉਣਾ ਵੀ ਅਸੀਂ ਆਹ ਕੀਤਾ, ਤੁਹਾਡਾ ਨਾਲ ਆਹ ਕੀਤਾ। ਪਰ ਪੁਲਿਸ ਹਰ ਇੱਕ ਚੀਜ਼ ਇਹ ਦੇਖਦੀ ਆ। ਪਬਲਿਕ ਨੂੰ ਕਈ ਵਾਰੀ ਲੱਗਦਾ ਹੋਏਗਾ ਵੀ ਐਕਸ਼ਨ ਨਹੀਂ ਹੋ ਰਿਹਾ, ਪਰ ਕਈ ਚੀਜ਼ਾਂ ਬੈਕਗਰਾਊਂਡ ਦੇ ਵਿੱਚ ਅਸੀਂ ਆਲਵੇਜ਼ ਵੀ। ਜਾਂਦਿਆਂ ਦੀ ਇੱਕ ਵਕਤ ਨਜ਼ਰ ਮਾਰਦੇ ਹਾਂ ਹੈਡਲਾਈਨਸ ਉੱਤੇ। ਜਾਰਡਨ ਦੇ ਵਿੱਚ ਈਰਾਨ ਸਮਰਥਿਤ ਸਮੂਹ ਦੇ ਵੱਲੋਂ ਅਮਰੀਕੀ ਬੇਸ ਉੱਤੇ ਡਰੋਨ ਹਮਲੇ ਦੇ ਵਿੱਚ 3 ਫੌਜੀਆਂ ਦੀ ਮੌਤ, ਕਈ ਜ਼ਖਮੀ। ਬਾਈਡਨ ਦਾ ਬਿਆਨ, ਕਿਹਾ ਅਮਰੀਕਾ ਦੇਵੇਗਾ ਇਸ ਦਾ ਜਵਾਬ।
ਮਾਣਹਾਨੀ ਦੇ ਮਾਮਲੇ ਦੇ ਵਿੱਚ ਸਾਬਕਾ ਰਾਸ਼ਟਰਪਤੀ ਟਰੰਪ ਨੂੰ ਦੇਣਾ ਪਵੇਗਾ $83.3 ਮਿਲੀਅਨ ਦਾ ਮੁਆਵਜ਼ਾ। 9 ਮੈਂਬਰ ਜਿਊਰੀ ਨੇ ਦਿੱਤਾ ਹੁਕਮ। ਅਮਰੀਕਾ ਤੋਂ ਇੱਕ ਮੰਦਭਾਗੀ ਖਬਰ ਆਈ ਸਾਹਮਣੇ। ਪੰਜਾਬੀ ਨੌਜਵਾਨ ਸਿਮਰਨਪਾਲ ਸਿੰਘ ਦੀ ਅਮਰੀਕਾ ਦੇ ਵਿੱਚ ਟਰੱਕ ਹਾਦਸੇ ਦੌਰਾਨ ਹੋਈ ਮੌਤ। ਕੰਜ਼ਰਵੇਟਿਵ ਲੀਡਰ ਪੀਅਰ ਪੋਲੀਵਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਤੇ ਸਾਧੇ ਨਿਸ਼ਾਨੇ। ਦੇਸ਼ ਦੇ ਵਿੱਚ ਵਿਗੜ ਰਹੇ ਹਾਲਾਤਾਂ ਲਈ ਟਰੂਡੋ ਨੂੰ ਠਹਿਰਾਇਆ ਜ਼ਿੰਮੇਵਾਰ। ਸੋ ਫਿਲਹਾਲ ਦੇ ਲਈ ਨਾਰਥ ਅਮਰੀਕਾ ਨਿਊਜ਼ ਦੇ ਵਿੱਚ ਇੰਨਾ ਹੀ। ਤੇ ਹੁਣ ਮੈਨੂੰ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।